ਪਿਆਰੇ ਬੱਚਿਓ, ਅਸੀਂ ਤੀਸਰੀ ਜਮਾਤ ਦੀ ਪਾਠ ਪੁਸਤਕ ਗਣਿਤ ਦੀ ਦੁਨੀਆ ਵਿੱਚੋਂ ਪਹਿਲਾ ਅਧਿਆਇ ਕਰ ਰਹੇ ਹਾਂ, ਜਿਸ ਦਾ ਨਾਮ ਹੈ ਸੰਖਿਆਵਾਂ। ਹੁਣ ਤੱਕ ਅਸੀਂ ਇਸ ਦੇ 10 ਪੰਨੇ ਕਰ ਚੁੱਕੇ ਹਾਂ। 10ਵੇਂ ਪੰਨੇ ਦੇ ਉੱਪਰ ਅਸੀਂ ਸਮਝਿਆ ਸੀ ਕਿ 100 ਦੇ 10 ਨੋਟਾਂ ਨੂੰ ਮਿਲਾ ਕੇ 1000 ਰੁਪਇਆ ਬਣਦਾ ਹੈ ਅਤੇ 1000 ਨੂੰ ਅੰਕਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਲਿਖਣਾ ਹੈ। ਇੱਕ ਦੇ ਨਾਲ ਲਾਉਣੀਆਂ ਹਨ 3 ਸਿਫਰਾਂ। ਇਸੇ ਤਰ੍ਹਾਂ ਹੀ ਅਸੀਂ ਗਿਣਤਾਂ ਦੇ ਵਿੱਚ ਵੇਖਿਆ ਸੀ ਕਿ ਇਕਾਈ, ਦਹਾਈ, ਸੈਂਕੜਾ, ਸੈਂਕੜੇ ਤੋਂ ਬਾਅਦ ਆਉਂਦਾ ਹੈ 1000। ਤਾਂ 1000 ਵਾਲੇ ਸਥਾਨ ਤੇ ਜਿਹੜਾ ਇੱਕ ਮੋਤੀ ਪਾਇਆ ਹੈ, ਇਸ ਦਾ ਮਤਲਬ ਹੈ 1000। ਅਸੀਂ ਇਹ ਵੀ ਸਮਝਿਆ ਸੀ ਕਿ 1000 ਵਿੱਚ 10 ਸੈਂਕੜੇ ਹੁੰਦੇ ਹਨ, 100 ਦਹਾਈਆਂ ਹੁੰਦੀਆਂ ਹਨ ਅਤੇ 1000 ਇਕਾਈਆਂ ਹੁੰਦੀਆਂ ਹਨ। ਯਾਨੀ ਕਿ 1000 ਬਰਾਬਰ ਹੈ 10 ਸੈਂਕੜੇ ਦੇ, 10 ਸੈਂਕੜੇ ਬਰਾਬਰ ਹਨ 100 ਦਹਾਈਆਂ ਦੇ ਅਤੇ 100 ਦਹਾਈਆਂ ਬਰਾਬਰ ਹੁੰਦੀਆਂ ਹਨ 1000 ਇਕਾਈਆਂ ਦੇ। ਆਓ ਹੁਣ ਇਸ ਤੋਂ ਅਗਲੇ ਪੰਨੇ ਵਿੱਚ ਸਮਝਦੇ ਹਾਂ ਕਿ ਕਿਹੜੀਆਂ-ਕਿਹੜੀਆਂ ਕਿਰਿਆਵਾਂ ਦਿੱਤੀਆਂ ਹੋਈਆਂ ਹਨ। ਇੱਕ 101 ਤੋਂ 1000 ਤੱਕ ਗਿਣਨਾ। ਇੱਥੇ ਬੱਚਿਓ ਕੁਝ ਨੋਟ ਦਿਖਾਏ ਗਏ ਹਨ। ਇਹ ਹੈ 100 ਰੁਪਇਆ, ਇਸ ਦੇ ਨਾਲ ਹੈ 1 ਰੁਪਇਆ। ਇਹ ਬਣ ਗਿਆ 101। ਗਿਣਤਾਰੇ ਵਿੱਚ ਅਸੀਂ ਇਸ ਨੂੰ ਇਸ ਤਰ੍ਹਾਂ ਦੇਖਾਂਗੇ: ਸੈਂਕੜੇ ਵਾਲੇ ਸਥਾਨ ਤੇ ਇੱਕ ਮੋਤੀ, ਇਕਾਈ ਵਾਲੇ ਸਥਾਨ ਤੇ ਇੱਕ ਮੋਤੀ, ਇੱਕ ਸੈਂਕੜਾ ਮਤਲਬ 100, ਇੱਕ ਇਕਾਈ ਮਤਲਬ 1। ਇਹ ਬਣ ਗਿਆ 101। 101 ਨੂੰ ਅਸੀਂ ਮਾਨ ਕਾਰਡ ਦੇ ਉੱਪਰ ਲਿਖਦੇ ਹਾਂ। 100 ਵਾਲੇ ਮਾਨ ਕਾਰਡ ਦੇ ਨਾਲ ਅਸੀਂ ਇਸ ਦੇ ਉੱਪਰ 1 ਵਾਲਾ ਮਾਨ ਕਾਰਡ ਰੱਖ ਕੇ ਦੇਖਾਂਗੇ ਤਾਂ ਇਸ ਤਰ੍ਹਾਂ ਦਿਖਾਈ ਦੇਵੇਗਾ 101। ਤਾਂ 101 ਸੰਖਿਆ ਨੂੰ ਜੇਕਰ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਲਿਖਿਆ ਜਾਵੇਗਾ 101। ਇਹ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ 101। ਇਸੇ ਤਰ੍ਹਾਂ ਬੱਚਿਓ ਇੱਥੇ ਹੈ 100 ਰੁਪਇਆ ਤੇ ਇੱਥੇ ਹਨ 1-1 ਰੁਪਏ ਦੇ ਨੋਟ 1 2 3 4 5 6 7 8 9। ਤਾਂ ਇਹ ਬੱਚਿਓ ਬਣ ਗਏ 109। ਇੱਥੇ ਗਿਣਤਾਰੇ ਦੇ ਉੱਪਰ ਦਿਖਾਇਆ ਗਿਆ ਹੈ। ਇੱਕ ਮੋਤੀ ਹੈ ਸੈਂਕੜੇ ਵਾਲੇ ਸਥਾਨ ਤੇ, 9 ਮੋਤੀ ਹਨ ਇਕਾਈ ਵਾਲੇ ਸਥਾਨ ਤੇ। ਇਹ ਬਣ ਗਿਆ 109। ਇਸ ਨੂੰ ਅਸੀਂ ਮਾਨ ਕਾਰਡ ਦੇ ਉੱਪਰ ਇਸ ਤਰ੍ਹਾਂ ਦੇਖਾਂਗੇ। ਇੱਕ ਲਵਾਂਗੇ ਅਸੀਂ 100 ਦਾ ਮਾਨ ਕਾਰਡ, ਇੱਕ ਲਵਾਂਗੇ 9 ਦਾ। ਜਦੋਂ 9 ਵਾਲੇ ਮਾਨ ਕਾਰਡ ਨੂੰ 100 ਦੇ ਮਾਨ ਕਾਰਡ ਦੇ ਉੱਪਰ ਰੱਖਾਂਗੇ ਤਾਂ ਇਹ ਇਸ ਤਰ੍ਹਾਂ ਦਿਖਾਈ ਦੇਵੇਗਾ 109। ਤੇ ਇਸ ਨੂੰ ਅੰਕਾਂ ਵਿੱਚ ਜਦੋਂ ਲਿਖਾਂਗੇ 109 ਇਸ ਤਰ੍ਹਾਂ ਲਿਖਿਆ ਜਾਵੇਗਾ। ਇਹ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ। ਇਹ ਹੈ ਬੱਚਿਓ 100 ਰੁਪਏ ਦਾ ਇੱਕ ਨੋਟ। ਇਹ ਹੈ 10 ਰੁਪਏ ਦਾ। ਇਹ ਬਣ ਗਏ 110। ਇੱਥੇ ਗਿਣਤਾਰੇ ਦੇ ਉੱਪਰ ਦੇਖਦੇ ਹਾਂ। ਇਹ ਹੈ ਇੱਕ ਮੋਤੀ ਸੈਂਕੜੇ ਵਾਲੇ ਸਥਾਨ ਤੇ। ਇਹ ਬਣ ਗਿਆ 1 ਸੈਂਕੜਾ ਜਾਂ 100। ਇਹ ਹੈ ਦਹਾਈ ਵਾਲੇ ਸਥਾਨ ਤੇ ਇੱਕ ਮੋਤੀ। ਇਹ ਬਣ ਗਿਆ 10, 110। ਇਸ ਨੂੰ ਮਾਨ ਕਾਰਡ ਉੱਪਰ ਜਦੋਂ ਦੇਖਾਂਗੇ ਤਾਂ 100 ਵਾਲੇ ਮਾਨ ਕਾਰਡ ਦੇ ਉੱਪਰ 10 ਵਾਲਾ ਮਾਨ ਕਾਰਡ ਰੱਖਿਆ ਜਾਵੇਗਾ ਤਾਂ ਇਹ ਇਸ ਤਰ੍ਹਾਂ ਦਿਖਾਈ ਦੇਵੇਗਾ 110। ਇਸ ਨੂੰ ਅਸੀਂ ਅੰਕਾਂ ਵਿੱਚ ਇਸ ਤਰ੍ਹਾਂ ਲਿਖਾਂਗੇ ਅਤੇ ਸ਼ਬਦਾਂ ਵਿੱਚ ਇਸ ਤਰ੍ਹਾਂ ਲਿਖਾਂਗੇ। ਇਹ ਹਨ ਬੱਚਿਓ 100 ਰੁਪਏ ਦੇ 2 ਨੋਟ। ਇਹ ਬਣ ਗਿਆ 200 ਰੁਪਇਆ। ਇਹ ਹਨ 10 ਰੁਪਏ ਦੇ 4 ਨੋਟ। ਇਹ ਬਣ ਗਏ 40 ਰੁਪਏ। ਇੱਥੋਂ ਤੱਕ ਸਾਰੇ ਰੁਪਏ ਬਣ ਗਏ 240। ਇਹ ਹਨ 1-1 ਰੁਪਏ ਦੇ 6 ਨੋਟ ਤੇ ਪਹਿਲਾਂ ਸਨ ਬਣਦੇ 240 ਦੇ ਵਿੱਚ 6 ਇਹ ਜੁੜ ਗਏ ਬਣ ਗਏ 246। ਇਸ ਨੂੰ ਅਸੀਂ ਗਿਣਤਾਰੇ ਉੱਪਰ ਇਸ ਤਰ੍ਹਾਂ ਦੇਖਾਂਗੇ। ਸੈਂਕੜੇ ਵਾਲੇ ਸਥਾਨ ਤੇ 2 ਮੋਤੀ, ਇਸ ਦਾ ਮਤਲਬ 200। ਦਹਾਈ ਵਾਲੇ ਸਥਾਨ ਦੇ ਉੱਪਰ 4 ਮੋਤੀ, ਇਸ ਦਾ ਮਤਲਬ 4 ਦਹਾਈਆਂ ਯਾਨੀ 40। ਇੱਥੋਂ ਤੱਕ ਬਣ ਗਏ 240। ਇਕਾਈ ਵਾਲੇ ਸਥਾਨ ਤੇ ਹਨ 6 ਮੋਤੀ ਤੇ ਬਣ ਗਏ ਸਾਰੇ 246। ਇਸ ਨੂੰ ਅਸੀਂ ਮਾਨ ਕਾਰਡ ਦੇ ਉੱਪਰ ਇਸ ਤਰ੍ਹਾਂ ਸਮਝਾਂਗੇ। 200 ਵਾਲੇ ਮਾਨ ਕਾਰਡ ਦੇ ਉੱਪਰ 40 ਵਾਲਾ ਮਾਨ ਕਾਰਡ ਰੱਖਿਆ ਜਾਊਗਾ ਤੇ 40 ਵਾਲੇ ਮਾਨ ਕਾਰਡ ਦੇ ਉੱਪਰ 6 ਵਾਲਾ ਮਾਨ ਕਾਰਡ ਰੱਖਿਆ ਜਾਵੇਗਾ। ਬਣ ਜਾਣਗੇ 246। ਤਾਂ 246 ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਅੰਕਾਂ ਦੇ ਵਿੱਚ। ਇਹ ਥੱਲੇ ਲਿਖਿਆ ਹੋਇਆ ਹੈ ਸ਼ਬਦਾਂ ਦੇ ਵਿੱਚ। ਇਹ ਹਨ ਬੱਚਿਓ 100 ਰੁਪਏ ਦੇ 3 ਨੋਟ, ਮਤਲਬ 300 ਰੁਪਇਆ। ਇੱਥੇ ਹਨ 10 ਰੁਪਏ ਦੇ ਨੋਟ 1 2
3 4 5 6 10-10 रुपए ਦੇ 6 ਨੋਟ ਹਨ। ਇਹ ਬਣ ਗਏ 60 ਰੁਪਏ। ਤਾਂ ਇੱਥੋਂ ਤੱਕ ਇਹ ਸਾਰੇ ਹੋ ਗਏ 360। ਅੱਗੇ ਹਨ 1-1 ਰੁਪਏ ਦੇ ਨੋਟ 1 2 3 4 5। ਤਾਂ ਇਹ 360 ਰੁਪਏ ਪਹਿਲਾਂ ਸਨ, 5 ਹੋਰ ਬਣ ਗਏ, ਇਹ ਬਣ ਗਏ 365। ਇਸ ਨੂੰ ਅਸੀਂ ਗਿਣਤਾਂ ਦੇ ਉੱਪਰ ਇਸ ਤਰ੍ਹਾਂ ਦੇਖਦੇ ਹਾਂ। ਸੈਂਕੜੇ ਵਾਲੇ ਸਥਾਨ ਤੇ 3 ਮੋਤੀ, ਇਸ ਦਾ ਮਤਲਬ 300। ਦਹਾਈ ਵਾਲੇ ਸਥਾਨ ਦੇ ਉੱਪਰ 6 ਮੋਤੀ, ਇਸ ਦਾ ਮਤਲਬ 60, ਇਹ ਬਣ ਗਏ 360। ਅਤੇ ਇਕਾਈ ਵਾਲੇ ਸਥਾਨ ਦੇ ਉੱਪਰ 5 ਮੋਤੀ, ਤਾਂ ਇਹ ਸਾਰੀ ਸੰਖਿਆ ਬਣ ਗਈ 365। ਇਸ ਨੂੰ ਅਸੀਂ ਮਾਨ ਕਾਰਡ ਦੇ ਨਾਲ ਇਸ ਤਰ੍ਹਾਂ ਸਮਝਾਂਗੇ। 300 ਵਾਲੇ ਮਾਨ ਕਾਰਡ ਦੇ ਉੱਪਰ ਜਦੋਂ 60 ਵਾਲਾ ਮਾਨ ਕਾਰਡ ਰੱਖਿਆ ਜਾਂਦਾ ਹੈ ਅਤੇ ਉਸ ਦੇ ਉੱਪਰ 5 ਵਾਲਾ ਮਾਨ ਕਾਰਡ ਰੱਖਿਆ ਜਾਂਦਾ ਹੈ, ਤਾਂ ਇਹ ਸੰਖਿਆ ਇਸ ਤਰ੍ਹਾਂ ਦਿਖਾਈ ਦਿੰਦੀ ਹੈ 365। ਇਸ ਨੂੰ ਅਸੀਂ ਅੰਕਾਂ ਵਿੱਚ ਇਸ ਤਰ੍ਹਾਂ ਲਿਖਾਂਗੇ ਅਤੇ ਸ਼ਬਦਾਂ ਵਿੱਚ ਇਸ ਤਰ੍ਹਾਂ ਲਿਖਾਂਗੇ। ਇੱਥੇ ਹਨ ਬੱਚਿਓ 100 ਰੁਪਏ ਦੇ 5 ਨੋਟ, ਇਹ ਬਣ ਗਏ 500 ਰੁਪਇਆ, ਤੇ ਨਾਲ 1 ਰੁਪਏ ਦਾ ਨੋਟ, ਇਹ ਬਣ ਗਿਆ 501। ਇਸ ਨੂੰ ਅਸੀਂ ਗਿਣਤਾਰੇ ਦੇ ਉੱਪਰ ਇਸ ਤਰ੍ਹਾਂ ਦੇਖਦੇ ਹਾਂ। ਸੈਂਕੜੇ ਵਾਲੇ ਸਥਾਨ ਤੇ 5 ਮੋਤੀ, ਬਣ ਗਏ 500। ਦਹਾਈ ਵਾਲੇ ਸਥਾਨ ਤੇ ਕੋਈ ਮੋਤੀ ਨਹੀਂ, ਇਕਾਈ ਵਾਲੇ ਸਥਾਨ ਤੇ 1 ਮੋਤੀ, ਤਾਂ ਇਹ ਬਣ ਗਏ 501। ਮਾਨ ਕਾਰਡ ਦੀ ਸਹਾਇਤਾ ਨਾਲ ਅਸੀਂ ਇਸ ਤਰ੍ਹਾਂ ਸਮਝਾਂਗੇ ਕਿ 500 ਵਾਲੇ ਮਾਨ ਕਾਰਡ ਦੇ ਉੱਪਰ 1 ਵਾਲਾ ਮਾਨ ਕਾਰਡ ਜਦੋਂ ਅਸੀਂ ਰੱਖਾਂਗੇ ਤਾਂ ਸੰਖਿਆ ਇਸ ਤਰ੍ਹਾਂ ਦਿਖਾਈ ਦਿੰਦੀ ਹੈ, ਇਹ ਬਣ ਗਿਆ 501। ਇਸ ਨੂੰ ਅੰਕਾਂ ਵਿੱਚ ਇਸ ਤਰ੍ਹਾਂ ਲਿਖਾਂਗੇ ਅਤੇ ਸ਼ਬਦਾਂ ਵਿੱਚ ਇਸ ਤਰ੍ਹਾਂ ਲਿਖਾਂਗੇ। ਇਹ ਹਨ ਬੱਚਿਓ 100 ਰੁਪਏ ਦੇ ਨੋਟ। ਆਓ ਗਿਣਦੇ ਹਾਂ ਕਿੰਨੇ ਹਨ। 1 2 3 4 5 6 7 8 9। ਇਹ 900 ਰੁਪਇਆ ਬਣ ਗਿਆ ਬੱਚਿਓ। ਇੰਨੇ ਹੀ ਨੋਟ ਇੱਧਰ ਹਨ, ਇਹ ਹਨ 10-10 ਰੁਪਏ ਦੇ। 10 9 90, ਤਾਂ ਇਹ ਬਣ ਗਏ 90। ਇਹ ਸਨ 900, ਬਣ ਗਿਆ 990। ਇੱਧਰ ਹਨ 1-1 ਰੁਪਏ ਦੇ 9 ਨੋਟ, 90 ਤੇ 9 99, ਤੇ ਸਾਰੇ ਬਣ ਗਏ ਬੱਚਿਓ 999। ਗਿਣਤਾਰੇ ਉੱਪਰ ਅਸੀਂ ਇਸ ਨੂੰ ਇਸ ਤਰ੍ਹਾਂ ਦੇਖਾਂਗੇ। ਸੈਂਕੜੇ ਵਾਲੇ ਸਥਾਨ ਤੇ 9 ਮੋਤੀ, ਮਤਲਬ 900। ਦਹਾਈ ਵਾਲੇ ਸਥਾਨ ਤੇ 9 ਮੋਤੀ, ਇਸ ਦਾ ਮਤਲਬ 90, ਇਹ ਬਣ ਗਏ 990। ਤੇ ਇਕਾਈ ਵਾਲੇ ਸਥਾਨ ਤੇ ਵੀ 9 ਮੋਤੀ, ਤਾਂ ਇਹ ਬਣ ਗਏ 90 ਤੇ 9 99, ਸਾਰੇ ਬਣ ਗਏ 999। ਇਸ ਨੂੰ ਅਸੀਂ ਮਾਨ ਕਾਰਡ ਦੇ ਉੱਪਰ ਇਸ ਤਰ੍ਹਾਂ ਸਮਝਾਂਗੇ। 900 ਵਾਲੇ ਮਾਨ ਕਾਰਡ ਦੇ ਉੱਪਰ 90 ਵਾਲਾ ਮਾਨ ਕਾਰਡ ਰੱਖਿਆ ਜਾਵੇਗਾ, 90 ਦੇ ਉੱਪਰ 9 ਵਾਲਾ ਮਾਨ ਕਾਰਡ ਰੱਖਿਆ ਜਾਵੇਗਾ, ਤਾਂ ਸੰਖਿਆ ਇਸ ਤਰ੍ਹਾਂ ਦਿਖਾਈ ਦੇਵੇਗੀ 999। ਇਸ ਨੂੰ ਅਸੀਂ ਅੰਕਾਂ ਵਿੱਚ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਲਿਖਿਆ ਜਾਵੇਗਾ ਅਤੇ ਸ਼ਬਦਾਂ ਵਿੱਚ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਲਿਖਦੇ ਹਾਂ। ਇਸ ਪੰਨੇ ਉੱਪਰ ਬੱਚਿਓ ਗਿਣਤਾਰੇ ਨਾਲ ਸੰਬੰਧਿਤ ਕਿਰਿਆਵਾਂ ਹਨ, ਜਿਸ ਤਰ੍ਹਾਂ ਦੀਆਂ ਕਿਰਿਆਵਾਂ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਇੱਥੇ ਲਿਖਿਆ ਹੈ ਗਿਣਤਾਰੇ ਉੱਤੇ ਮੋਤੀਆਂ ਅਨੁਸਾਰ ਸੰਖਿਆਵਾਂ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ। ਅਸੀਂ ਗਿਣਤਾਰੇ ਦੇ ਮੋਤੀ ਦੇਖ ਕੇ ਹੇਠਾਂ ਅੰਕਾਂ ਅਤੇ ਸ਼ਬਦਾਂ ਵਿੱਚ ਸੰਖਿਆਵਾਂ ਲਿਖਾਂਗੇ। ਸਭ ਤੋਂ ਪਹਿਲਾਂ ਅਸੀਂ ਇੱਧਰ ਦੇਖਦੇ ਹਾਂ ਸੈਂਕੜੇ ਵਾਲੇ ਪਾਸੇ ਕਿੰਨੇ ਮੋਤੀ ਹਨ। 1 2 3 4 5 6, ਤਾਂ ਇਸ ਦਾ ਮਤਲਬ ਹੈ 600। ਦਹਾਈ ਵਾਲੇ ਸਥਾਨ ਤੇ ਮੋਤੀ ਹਨ 2, ਇਸ ਦਾ ਮਤਲਬ ਹੈ 20, ਇਹ ਬਣ ਗਏ 620। ਇਕਾਈ ਵਾਲੇ ਸਥਾਨ ਤੇ ਕੋਈ ਮੋਤੀ ਨਹੀਂ ਹੈ, ਇਸ ਦਾ ਮਤਲਬ ਹੈ ਸੰਖਿਆ ਬਣ ਗਈ 620। ਇਸ ਨੂੰ ਅਸੀਂ ਅੰਕਾਂ ਵਿੱਚ ਅਤੇ ਸ਼ਬਦਾਂ ਵਿੱਚ ਇਸ ਤਰ੍ਹਾਂ ਲਿਖਾਂਗੇ। ਅੱਗੇ ਬੱਚਿਓ ਇਹ ਨਾਲ ਵਾਲੇ ਗਿਣਤਾਰੇ ਦੇ ਵਿੱਚ ਸੈਂਕੜੇ ਵਾਲੇ ਸਥਾਨ ਤੇ ਹਨ 4 ਮੋਤੀ, ਇਸ ਦਾ ਮਤਲਬ ਹੈ ਸੰਖਿਆ 400। ਦਹਾਈ ਵਾਲੇ ਸਥਾਨ ਤੇ ਹਨ 1 2 3 4 5 6, 6 ਮੋਤੀ, ਇਸ ਦਾ ਮਤਲਬ ਬਣ ਗਿਆ ਬੱਚਿਓ 60, ਇਹ ਬਣ ਗਏ 460। ਅਤੇ ਇਕਾਈ ਵਾਲੇ ਸਥਾਨ ਤੇ ਹਨ 9 ਮੋਤੀ, ਤਾਂ ਇਹ ਸੰਖਿਆ ਬਣ ਗਈ 469। ਅੱਗੇ ਬੱਚਿਓ ਜਿਹੜਾ ਇਹ ਨਾਲ ਵਾਲਾ ਗਿਣਤਾਰਾ ਹੈ, ਇੱਧਰ ਸੈਂਕੜੇ ਵਾਲੇ ਸਥਾਨ ਤੇ ਹੈ 1 ਮੋਤੀ, ਇਸ ਦਾ ਮਤਲਬ 100। ਦਹਾਈ ਵਾਲੇ ਸਥਾਨ ਤੇ ਹਨ 9 ਮੋਤੀ, ਇਸ ਦਾ ਮਤਲਬ 90, ਇਹ ਬਣ ਗਏ 190।
ਇਕਾਈ ਵਾਲੇ ਸਥਾਨ ਤੇ ਵੀ ਹਨ 9 ਮੋਤੀ, ਤਾਂ ਇਹ ਬਣ ਗਏ 90 ਤੇ 9 99, ਯਾਨੀ ਕਿ 199। ਇਸ ਨੂੰ ਅਸੀਂ ਅੰਕਾਂ ਤੇ ਸ਼ਬਦਾਂ ਵਿੱਚ ਇਸ ਤਰ੍ਹਾਂ ਲਿਖਾਂਗੇ। ਅੱਗੇ ਹੈ ਬੱਚਿਓ, ਦਿੱਤੀ ਸੰਖਿਆ ਅਨੁਸਾਰ ਗਿਣਤਾਰੇ ਵਿੱਚ ਮੋਤੀ ਪਾਓ। ਇਸ ਤਰ੍ਹਾਂ ਦੀ ਕਿਰਿਆਵਾਂ ਵੀ ਅਸੀਂ ਪਹਿਲਾਂ ਸਿੱਖ ਚੁੱਕੇ ਹਾਂ। ਆਓ ਦੇਖਦੇ ਹਾਂ। ਇੱਥੇ ਇਕਾਈ ਵਾਲੇ ਸਥਾਨ ਤੇ ਅਸੀਂ 5 ਮੋਤੀ ਪਾਵਾਂਗੇ। 1 2 3 4 5। ਦਹਾਈ ਵਾਲੇ ਸਥਾਨ ਤੇ ਅਸੀਂ ਪਾਵਾਂਗੇ 1 ਮੋਤੀ। 1 ਸੈਂਕੜੇ ਵਾਲੇ ਸਥਾਨ ਤੇ ਪਾਵਾਂਗੇ ਅਸੀਂ 3 ਮੋਤੀ। 1 2 3। ਤਾਂ ਇਹ ਬੱਚਿਓ ਬਣ ਗਈ ਸੰਖਿਆ 315। ਇੱਧਰਲੇ ਪਾਸੇ ਇਕਾਈ ਵਾਲੇ ਸਥਾਨ ਤੇ ਕੋਈ ਮੋਤੀ ਨਹੀਂ ਪਾਉਣਾ ਹੈ, ਕਿਉਂਕਿ ਸੰਖਿਆ ਹੈ 300, ਪਿੱਛੇ ਹਨ 2 ਜ਼ੀਰੋਆਂ। ਤੇ ਦਹਾਈ ਵਾਲੇ ਸਥਾਨ ਤੇ ਵੀ ਕੋਈ ਮੋਤੀ ਨਹੀਂ ਪਾਉਣਾ ਹੈ। ਸੈਂਕੜੇ ਵਾਲੇ ਸਥਾਨ ਤੇ ਅਸੀਂ ਪਾਵਾਂਗੇ 3 ਮੋਤੀ। 1 2 3। ਤਾਂ ਇਹ ਬੱਚਿਓ ਬਣ ਗਈ 300। ਹੁਣ ਚੱਲਦੇ ਹਾਂ ਇਸ ਤੋਂ ਅਗਲੇ ਗਿਣਤਾਰੇ ਵੱਲ। ਇੱਥੇ ਹੈ ਸੰਖਿਆ 864। ਇਕਾਈ ਵਾਲੇ ਸਥਾਨ ਤੇ ਅਸੀਂ ਪਾਵਾਂਗੇ 4 ਮੋਤੀ। 1 2 3 4। ਦਹਾਈ ਵਾਲੇ ਸਥਾਨ ਤੇ ਅਸੀਂ ਪਾਵਾਂਗੇ 6 ਮੋਤੀ। 1 2 3 4 5 6। ਇਹ ਬਣ ਗਏ 60। ਅਤੇ ਸੈਂਕੜੇ ਵਾਲੇ ਸਥਾਨ ਤੇ ਪਾਵਾਂਗੇ ਅਸੀਂ 8 ਮੋਤੀ। 1 2 3 4 5 6 7 8। ਤਾਂ ਇਹ ਸੰਖਿਆ ਬਣ ਗਈ ਬੱਚੋ 864। ਅੱਗੇ ਇੱਥੇ ਬੱਚੋ ਕਿਰਿਆ 3 ਕ੍ਰਾਂਤੀ ਨੋਟ ਗਿਣੋ। ਸੰਖਿਆ ਨੂੰ ਅੰਕਾਂ ਤੇ ਸ਼ਬਦਾਂ ਵਿੱਚ ਲਿਖੋ। ਆਓ ਗਿਣੀਏ। ਇੱਥੇ ਹਨ 100 ਦੇ 3 ਨੋਟ, ਇਹ ਬਣ ਗਏ 300। ਇੱਧਰ ਹਨ 1 ਰੁਪਏ ਦੇ 4 ਨੋਟ, ਇਹ ਬਣ ਗਏ 4। ਸਾਰੇ ਬਣ ਗਏ 304। ਇਸ ਨੂੰ ਅਸੀਂ ਅੰਕਾਂ ਵਿੱਚ ਅਤੇ ਸ਼ਬਦਾਂ ਵਿੱਚ ਇੱਥੇ ਲਿਖਾਂਗੇ 304 304। ਅੱਗੇ ਹੇਠਾਂ ਹੈ ਬੱਚਿਓ 100 ਦੇ 5 ਨੋਟ, ਇੱਥੋਂ ਤੱਕ ਇਹ ਬਣ ਗਏ 500। 10 ਰੁਪਏ ਦੇ ਹਨ 2 ਨੋਟ, ਇਹ ਬਣ ਗਏ 20। ਇੱਥੋਂ ਤੱਕ ਬਣ ਗਏ 520। 1 ਰੁਪਏ ਦੇ ਹਨ 2 ਨੋਟ, 20 ਤੇ 2 22। ਸਾਰੇ ਬਣ ਗਏ 522 ਰੁਪਏ। ਇਸ ਨੂੰ ਅਸੀਂ ਲਿਖਾਂਗੇ 522 ਅੰਕਾਂ ਤੇ ਸ਼ਬਦਾਂ ਵਿੱਚ। ਇਸ ਤੋਂ ਅੱਗੇ ਬੱਚਿਓ ਇੱਥੇ ਹਨ 100 ਰੁਪਏ ਦੇ 5 ਨੋਟ, ਇਹ ਬਣ ਗਏ 500। ਤੇ 10 ਰੁਪਏ ਦਾ ਹੈ 1 ਨੋਟ, ਇਹ ਬਣ ਗਏ 510। ਇਸ ਨੂੰ ਅਸੀਂ ਅੰਕਾਂ ਅਤੇ ਸ਼ਬਦਾਂ ਵਿੱਚ ਇੱਥੇ ਲਿਖਾਂਗੇ 510। ਤਾਂ ਇਹ ਸਨ ਬੱਚਿਓ ਅੱਜ ਦੀਆਂ ਕਿਰਿਆਵਾਂ ਪੰਨਾ ਨੰਬਰ 13 ਤੱਕ। ਉਮੀਦ ਹੈ ਤੁਹਾਨੂੰ ਸੰਖਿਆਵਾਂ ਉੱਤੇ ਆਧਾਰਿਤ ਕਾਫੀ ਸਾਰੀਆਂ ਕਿਰਿਆਵਾਂ ਸਮਝ ਆ ਗਈਆਂ ਹੋਣਗੀਆਂ। ਤੁਸੀਂ ਇਹਨਾਂ ਸਾਰੀਆਂ ਕਿਰਿਆਵਾਂ ਦਾ ਆਪਣੀ ਕਾਪੀ ਉੱਪਰ ਅਭਿਆਸ ਕਰੋ। ਧੰਨਵਾਦ ਬੱਚਿਓ।